ਵੀ ਜਿੱਥੇ ਤੱਕ ਹੁਣ ਅੰਦੋਲਨ ਪਹੁੰਚ ਚੁੱਕਾ ਆ ਉੱਥੇ ਸਰਕਾਰ ਅੰਦੋਲਨ ਦਾ ਕੁਛ ਨਹੀਂ ਵਿਗਾੜ ਸਕਦੀ ਸਿਵਾਏ ਇਸ ਗੱਲ ਦੇ ਕਿ ਸਰਕਾਰ ਨੂੰ ਹੀ ਅਲਟੀਮੇਟਲੀ ਝੁਕਣਾ ਪੈਣਾ ਹੈ, ਕਿਉਂਕਿ ਇੰਟਰਨੈਸ਼ਨਲ ਮੂਵਮੈਂਟ ਨਾ ਬਣਦੀ ਤਾਂ ਇਹਨਾਂ ਨੇ ਇਹ ਮੂਵਮੈਂਟ ਸੱਚੀ ਮੁੱਚੀ ਕ੍ਰਸ਼ ਕਰ ਦੇਣੀ ਸੀ, ਜਿਵੇਂ ਪਹਿਲਾਂ ਮੂਵਮੈਂਟਾਂ ਕ੍ਰਸ਼ ਹੁੰਦੀਆਂ ਨੇ ਵੀ ਸ਼ਾਮਲ ਹੋ ਗਏ। ਉੱਥੋਂ ਐਂ ਲੱਗਦਾ ਵੀ ਜਿਹੜਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਹੋ ਸਕਦਾ ਸਾਡੀ ਸਰਕਾਰ ਹੈ ਜਿਹੜੀ ਮੋਦੀ ਸਰਕਾਰ ਹੈ ਉਹਦੇ ਉੱਤੇ ਵੀ ਇਹ ਦਬਾਅ ਹੋਵੇ ਕਿ ਨਹੀਂ ਤੁਸੀਂ ਇਹ ਕਾਨੂੰਨ ਲਾਗੂ ਕਰਨੇ ਆ। ਅੰਦਰ ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਉਹ ਸੰਘਰਸ਼ ਕਿਸਾਨਾਂ ਦਾ ਸੰਘਰਸ਼ ਨਹੀਂ ਰਿਹਾ ਜੋ ਕਿ ਲੋਕ ਅੰਦੋਲਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ, ਜਨ ਅੰਦੋਲਨ ਬਣ ਚੁੱਕਾ ਹੈ। ਗਲੀ ਗਲੀ ਦੇ ਅੰਦਰ ਬੱਚੇ ਬੱਚੇ ਦੀ ਆਵਾਜ਼ ਹੈ ਕਿ ਇਹ 3 ਖੇਤੀ ਸੰਬੰਧੀ ਬਣੇ ਹੋਏ ਕਾਨੂੰਨ ਤੁਰੰਤ ਰੱਦ ਹੋਣੇ ਚਾਹੀਦੇ ਹਨ ਅਤੇ ਜੋ ਕਿਸਾਨਾਂ ਦੇ ਅਧਿਕਾਰ ਨੇ, ਮਜ਼ਦੂਰਾਂ ਦੇ ਅਧਿਕਾਰ ਨੇ, ਉਹ ਮਿਲਣੇ ਚਾਹੀਦੇ ਹਨ। ਅਤੇ ਇਹ ਕਿਸਾਨੀ ਸੰਘਰਸ਼ ਬਹੁਤ ਲੰਬਾ ਹੋ ਗਿਆ। ਦਿੱਲੀ ਦੀਆਂ ਹੱਦਾਂ 'ਤੇ ਸਰਹੱਦਾਂ 'ਤੇ ਪੂਰਾ ਪੰਜਾਬ ਨਹੀਂ, ਹਰਿਆਣਾ ਅਤੇ ਬਹੁਤ ਸਾਰੇ ਰਾਜ ਬੈਠੇ ਨੇ ਅਤੇ ਇਸ ਸੰਬੰਧੀ ਅਸੀਂ ਗੱਲ ਕਰਦੇ ਹਾਂ। ਸਾਡੇ ਨਾਲ ਬੈਠੇ ਨੇ ਸਰਦਾਰ ਰਘਵੀਰ ਸਿੰਘ ਟੇਰਕਿਆਨਾ ਜੋ ਕਿ ਐਡਵੋਕੇਟ ਨੇ ਅਤੇ ਨਾਲ ਦੀ ਨਾਲ ਉੱਘੇ ਸਾਹਿਤਕਾਰ ਵੀ ਨੇ। ਉਹ ਇਹੋ ਜਿਹੇ ਮਸਲਿਆਂ 'ਤੇ, ਚਲੰਤ ਮਸਲਿਆਂ 'ਤੇ ਡੂੰਘੀ ਨਜ਼ਰ ਰੱਖਦੇ ਨੇ। ਆਓ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਕਿ ਸਰਦਾਰ ਰਘਵੀਰ ਸਿੰਘ ਟੇਰਕਿਆਨਾ ਇਸ ਸੰਘਰਸ਼ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹਨ। ਅਤੇ ਪੁਕਾਰ TV ਦੇ ਦਰਸ਼ਕੋ, ਆਓ ਪੂਰੇ ਧਿਆਨ ਦੇ ਨਾਲ ਆਪਾਂ ਉਹਨਾਂ ਦੀ ਗੱਲ ਨੂੰ ਸੁਣਨਾ ਕਰੀਏ। ਮੈਂ ਰਿਸ਼ਪਾਲ ਸਿੰਘ ਜੀ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਪੱਖ ਦੇ ਮਸਲੇ ਦੇ ਉੱਤੇ ਕੋਈ ਗੱਲਬਾਤ ਕਰਨ ਲਈ ਮੈਨੂੰ ਵੀ ਸ਼ਾਮਿਲ ਕੀਤਾ ਹੈ। ਇਹ ਸਾਡੀ ਹੋਸ਼ ਵਿੱਚ ਜਿੰਨੀ ਕੁ ਮੇਰੀ ਉਮਰ ਹੈ ਉਹਦੇ ਨਾਲ ਕਹਿ ਸਕਦੇ ਹਾਂ ਅਸੀਂ ਕਈ ਲਹਿਰਾਂ ਉੱਠਦੀਆਂ ਔਰ ਦੱਬ ਹੁੰਦੀਆਂ ਦੇਖੀਆਂ, ਪਰ ਇਹੀ ਇੱਕ ਅਜਿਹੀ ਲਹਿਰ ਹੈ ਜਿਹੜੀ ਇਸ ਰੂਪ ਵਿੱਚ ਉੱਭਰਦੀ ਚਲੀ ਗਈ ਔਰ ਜਿਹਨੂੰ ਬਾਵਜੂਦ ਸਰਕਾਰ ਇੰਨੀ ਸ਼ਕਤੀਸ਼ਾਲੀ ਹੈ ਵੀ ਉਹ ਇਹਨੂੰ ਕ੍ਰਸ਼ ਕਰਨਾ ਚਾਹੁੰਦੀ ਤਾਂ ਕਰ ਵੀ ਸਕਦੀ ਸੀ, ਪਰ ਸਰਕਾਰ ਬੇਬਸ ਹੈ, ਕਾਨੂੰਨ ਬੇਬਸ ਹੈ ਔਰ ਜਿੰਨੀ ਉਹਨਾਂ ਦੀ ਤਾਕਤ ਹੈ ਉਹ ਸਾਰਾ ਉਹਨਾਂ ਨੇ ਜੋ ਹੱਥ ਕੰਡੇ ਸਰਕਾਰਾਂ ਵਰਤ ਸਕਦੀਆਂ ਉਹ ਸਾਰੇ ਦੇ ਸਾਰੇ ਹੱਥ ਕੰਡੇ ਵਰਤ ਕੇ ਉਹਨਾਂ ਨੇ ਦੇਖ ਲਏ ਔਰ ਉਸ ਬੇਬਸੀ ਵਿੱਚ ਸਰਕਾਰ ਕੋਲ ਸਿਵਾਏ ਇਸ ਗੱਲ ਦੇ ਹੁਣ ਕੋਈ ਰਾਹ ਨਹੀਂ ਰਹਿ ਗਿਆ ਕਿ ਉਹਨਾਂ ਨੂੰ ਅਲਟੀਮੇਟਲੀ ਲੋਕਾਂ ਅੱਗੇ ਹੀ ਝੁਕਣਾ ਪਵੇਗਾ। ਜਿਵੇਂ ਇਤਿਹਾਸ ਗਵਾਹ ਆ ਕਿ ਜਦੋਂ ਕੋਈ ਇਮਾਨਦਾਰੀ ਨਾਲ ਜਿਹੜੇ ਕਿਸੇ ਮੂਵਮੈਂਟ ਦੇ ਰਹਿਬਰ ਹੈ, ਜਦੋਂ ਕਿਸੇ ਮੂਵਮੈਂਟ ਨੂੰ ਇਮਾਨਦਾਰੀ ਨਾਲ ਚਲਾਉਂਦੇ ਆ, ਸਿਰੜ ਅਤੇ ਸਿਦਕ ਨਾਲ ਚਲਾਉਂਦੇ ਆ, ਜਿਹਦੇ 'ਚ ਕੁਰਬਾਨੀਆਂ ਵੀ ਹੁੰਦੀਆਂ, ਜਿਹਦੇ ਵਿੱਚ ਬਹੁਤ ਵੱਡੇ ਨੁਕਸਾਨ ਵੀ ਹੁੰਦੇ ਆ, ਉਹ ਸਾਰੇ ਨੁਕਸਾਨਾਂ ਨੂੰ ਝੱਲਦਿਆਂ ਹੋਇਆਂ ਇਸ ਮੋਰਚੇ ਦੀ ਹਮਾਇਤ ਕਰਨ ਵਾਲੇ, ਇਸ ਮੋਰਚੇ ਨੂੰ ਅੱਗੇ ਲਿਜਾਣ ਵਾਲੇ ਸੰਘਰਸ਼ਸ਼ੀਲ ਕਿਸਾਨ ਉਹ ਇਸ ਢੰਗ ਨਾਲ ਚੱਲੇ ਕਿ ਉਹਨਾਂ ਦੀ ਦਿਆਨਤਦਾਰੀ ਅਤੇ ਉਹਨਾਂ ਦੀ ਸਿਆਣਪ ਉੱਤੇ, ਉਹਨਾਂ ਦੀ ਇਮਾਨਦਾਰੀ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ। ਉਹ ਕਮਿਟਡ ਲੋਕ ਹਨ, ਉਹ ਲੜਨ ਮਰਨ ਲਈ ਤਿਆਰ ਹਨ, ਉਹਨਾਂ ਕੋਲ ਸੂਝ-ਬੂਝ ਹੈ, ਉਹਨਾਂ ਕੋਲ ਦੂਰ ਅੰਦੇਸ਼ੀ ਹੈ, ਉਹਨਾਂ ਨੂੰ ਲੋਕਾਂ ਦੀ ਨਬਜ਼ ਦੇ ਉੱਤੇ ਹੱਥ ਰੱਖਣਾ ਆਉਂਦਾ ਆ। ਉਹ ਸਾਡੀਆਂ ਸਮਾਜਿਕ ਕੁਰੀਤੀਆਂ, ਬੁਰਾਈਆਂ ਔਰ ਰਾਜਨੀਤੀ ਵਿੱਚ ਜੋ ਕੁਛ ਵੀ ਗਲਤ ਮਲਤ ਹੈ ਉਸ ਸਭ ਕਾਸੇ ਨੂੰ ਅੰਡਰਸਟੈਂਡ ਕਰਦੇ ਆ। ਇਸ ਕਰਕੇ ਉਹ ਇਸ ਕਿਸਾਨ ਅੰਦੋਲਨ ਨੂੰ ਕੁਚਲਣ ਵਿੱਚ ਸਫਲ ਨਹੀਂ ਹੋ ਸਕੇ, ਬਲਕਿ ਉਹ ਇਹ ਸੋਚਦੇ ਆ ਕਿ ਅਸੀਂ ਇਸ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ। ਔਰ ਮੇਰਾ ਆਪਣਾ ਨਿੱਜੀ ਅਨੁਭਵ ਹੈ ਵੀ ਜਿੱਥੇ ਤੱਕ ਹੁਣ ਅੰਦੋਲਨ ਪਹੁੰਚ ਚੁੱਕਾ ਆ ਉੱਥੇ ਸਰਕਾਰ ਅੰਦੋਲਨ ਦਾ ਕੁਛ ਨਹੀਂ ਵਿਗਾੜ ਸਕਦੀ ਸਿਵਾਏ ਇਸ ਗੱਲ ਦੇ ਕਿ ਸਰਕਾਰ ਨੂੰ ਹੀ ਅਲਟੀਮੇਟਲੀ ਝੁਕਣਾ ਪੈਣਾ ਹੈ, ਕਿਉਂਕਿ ਜੇ ਸਰਕਾਰ ਨੇ ਇਹ ਵੀ ਇੱਕ ਕਿਸਮ ਦਾ ਹੱਥ ਕੰਡਾ ਹੀ ਸੀ ਵੀ ਸੁਪਰੀਮ ਕੋਰਟ ਹਿੰਦੁਸਤਾਨ ਦੀ ਸਭ ਤੋਂ ਵੱਡੀ ਅਦਾਲਤ ਹੈ ਵੀ ਉੱਥੇ ਗੇਂਦ ਚਲੀ ਗਈ ਆ ਅਤੇ ਉੱਥੋਂ ਫੈਸਲਾ ਹੋ ਜਾਊਗਾ ਤਾਂ ਅਸੀਂ ਕਹਿ ਦੇਵਾਂਗੇ ਕਿ ਸੁਪਰੀਮ ਕੋਰਟ ਦਾ ਫੈਸਲਾ ਆ, ਸਾਨੂੰ ਵੀ ਮਨਜ਼ੂਰ ਹੈ ਅਤੇ ਕਿਸਾਨ ਵੀ ਮਨਜ਼ੂਰ ਕਰ ਲੈਣਗੇ ਉਸ ਫੈਸਲੇ ਨੂੰ। ਲੇਕਿਨ ਰਿਸ਼ਪਾਲ ਸਿੰਘ ਜੀ ਦੁਖਾਂਤ ਇਹ ਹੈ ਕਿ ਉੱਥੇ ਮਾਮਲਾ ਜਾਣ ਤੋਂ ਬਾਅਦ ਵੀ ਸਾਰਾ ਮਸਲਾ ਜਿਉਂ ਦਾ ਤਿਉਂ ਖੜਾ ਹੈ। ਟੇਰਕਿਆਨਾ ਸਾਹਿਬ, ਇਹ ਜਿਹੜਾ ਅੰਦੋਲਨ ਚੱਲ ਰਿਹਾ ਤੁਹਾਡਾ ਮੰਨਣਾ ਹੈ ਕਿ ਇਹ ਕੌਮਾਂਤਰੀ ਅੰਦੋਲਨ ਬਣ ਚੁੱਕਾ ਹੈ, ਇਹਦਾ ਕੌਮੀ ਪ੍ਰਭਾਵ ਨਹੀਂ ਰਿਹਾ, ਇਹਦਾ ਕੌਮਾਂਤਰੀ ਪ੍ਰਭਾਵ ਬਣ ਚੁੱਕਾ ਹੈ ਅਤੇ ਸਰਕਾਰ ਵੀ ਇਹ ਮਹਿਸੂਸ ਕਰ ਰਹੀ ਹੈ ਕਿ ਲੋਕਾਂ ਦੀ ਜੋ ਆਵਾਜ਼ ਹੈ, ਜੋ ਲੋਕਾਂ ਦੀ ਨਬਜ਼ ਹੈ, ਉਹ ਇਹੀ ਹੈ ਕਿ ਇਹ ਖੇਤੀਬਾੜੀ ਸੰਬੰਧੀ ਬਣਿਆ ਹੋਇਆ ਕਾਨੂੰਨ ਰਾਜ ਦੇ ਅਧਿਕਾਰ ਵਿੱਚ ਆਉਂਦਾ ਹੈ, ਕੇਂਦਰ ਸਰਕਾਰ ਦੇ ਅਧਿਕਾਰ ਵਿੱਚ ਨਹੀਂ ਆਉਂਦਾ। ਅਤੇ ਇੰਨਾ ਵੱਡਾ ਅੰਦੋਲਨ ਹੋਣ ਦੇ ਬਾਵਜੂਦ, ਸਰਕਾਰ ਨੂੰ ਅਸਲੀਅਤ ਸਮਝਣ ਦੇ ਬਾਵਜੂਦ
ਉਹ ਕਿਉਂ ਬਜ਼ਿੱਦ ਹੈ ਕਿ ਉਹ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੁੰਦੀ ਹੈ? ਇਹਦੇ ਪਿੱਛੇ ਕੀ ਕਾਰਨ ਹੈ? ਸਰਦਾਰ ਰਿਸ਼ਪਾਲ ਸਿੰਘ ਜੀ, ਅਸਲ ਵਿੱਚ ਸਰਕਾਰ ਨੇ ਇਸ ਤਰ੍ਹਾਂ ਕਿਆਸ ਨਹੀਂ ਸੀ ਕੀਤਾ ਹੋਇਆ ਕਿ ਜੋ ਉਹਨਾਂ ਨੇ ਕਾਨੂੰਨ ਬਣਾਏ ਹਨ ਉਹਨਾਂ ਦੇ ਉੱਤੇ ਐਡਾ ਵੱਡਾ ਵਿਦਰੋਹ ਖੜਾ ਹੋ ਸਕਦਾ ਆ, ਜਾਂ ਉਹ ਸਰਕਾਰ ਇੰਨੀ ਨਾਕਾਮ ਹੋ ਜਾਏਗੀ, ਜਾਂ ਲੋਕ ਇੰਨੇ ਸਟਰੋਂਗਲੀ ਇਸ ਮੂਵਮੈਂਟ ਦੀ ਸਪੋਰਟ 'ਤੇ ਆ ਜਾਣਗੇ। ਇਹ ਤਾਂ ਸਰਕਾਰ ਨੂੰ ਚੇਤਾ ਵੀ ਨਹੀਂ ਸੀ ਇਸ ਗੱਲ ਦਾ। ਜੋ ਕੁਝ ਵੀ ਹੋਇਆ ਇਹ ਤਾਂ ਅਚਨਚੇਤ ਹੋਇਆ। ਸਰਕਾਰ ਨੇ ਤਾਂ ਆਪਣੇ ਵੱਲੋਂ ਬਹੁਤ ਚੁਸਤੀ ਕੀਤੀ ਕਿ ਕਰੋਨਾ ਦੀ ਆੜ ਹੇਠ ਲੋਕਡਾਊਨ ਦੇ ਦੌਰਾਨ ਜਦੋਂ ਉਹਨਾਂ ਨੇ ਸਭ ਕੁਝ ਬੰਦ ਕਰ ਦਿੱਤਾ ਸੀ, ਉਸ ਵੇਲੇ ਉਹਨਾਂ ਨੇ ਇਹ ਜਿਹੜੇ ਕਾਨੂੰਨ ਹੈ ਬੜੇ ਗਲਤ ਢੰਗ ਨਾਲ ਪਾਸ ਕਰ ਲਏ, ਜਿਹਦੇ ਵਿੱਚ ਕਿਸਾਨਾਂ ਦੀ ਸ਼ਮੂਲੀਅਤ ਨਹੀਂ ਸੀ। ਉਸ ਤੋਂ ਬਾਅਦ ਜਦੋਂ ਲੋਕਡਾਊਨ ਖੁੱਲ੍ਹਣਾ ਸੀ, ਹਾਲਾਂਕਿ ਲੋਕਡਾਊਨ ਤਾਂ ਖੁੱਲ੍ਹਿਆ ਵੀ ਨਹੀਂ ਸੀ, ਜਦੋਂ ਕਿਸਾਨ ਜਿਹੜੇ ਸੀ ਉਹਨਾਂ ਨੇ ਟਰੈਕਟਰ ਰੈਲੀ ਕੀਤੀ ਜਾਂ ਵਿਰੋਧ ਕੀਤਾ, ਵਿਦਰੋਹ ਕੀਤਾ, ਔਰ ਉਹਨਾਂ ਨੇ ਲੋਕਡਾਊਨ ਦੀ ਵੀ ਪਰਵਾਹ ਕੀਤੇ ਬਗੈਰ ਉਹਨਾਂ ਨੂੰ, ਕਿਉਂਕਿ ਉਹਨਾਂ ਦੀ ਜ਼ਿੰਦਗੀ ਮੌਤ ਦਾ ਸਵਾਲ ਆ, ਉਹਨਾਂ ਦੀ ਲਾਈਫ ਲਾਈਨ ਹੈ ਖੇਤੀ, ਔਰ ਕਿਸਾਨ ਜਿਹੜੇ ਸੀ ਉਹ ਸ਼ਰੇਆਮ ਪੰਜਾਬ ਦੇ ਵਿੱਚ ਉਹਨਾਂ ਨੇ ਜਦੋਂ ਟਰੈਕਟਰ ਰੈਲੀ ਕੱਢੀ ਤਾਂ ਸਰਕਾਰ ਐਂ ਸਮਝਦੀ ਸੀ ਵੀ ਇੱਥੇ ਵਾਲੀ ਜਿਹੜੀ ਸਟੇਟ ਗੌਰਮੈਂਟ ਹੈ ਉਹੀ ਕੰਟਰੋਲ ਕਰ ਲੇਗੀ, ਪਰ ਇਹ ਇੱਥੋਂ ਦੀ ਸਟੇਟ ਗੌਰਮੈਂਟ ਜਿਹੜੀ ਸੀ ਉਹਦੇ ਵੱਸ ਦਾ ਰੋਗ ਨਹੀਂ ਸੀ ਉਹਨਾਂ ਨੂੰ ਕੰਟਰੋਲ ਕਰਨਾ। ਵੈਸੇ ਵੀ ਰਾਜਨੀਤਿਕ ਤੌਰ 'ਤੇ ਜੇ ਇੱਥੋਂ ਦੀ ਸਟੇਟ ਕੰਟਰੋਲ ਕਰਦੀ ਤੇ ਜਿਹੜੀ ਵੀ ਸਟੇਟ 'ਚ ਰੂਲਿੰਗ ਪਾਰਟੀ ਸੀ ਉਹ ਮਾਂਜ ਹੋ ਜਾਣੀ ਸੀ, ਆਉਂਦੇ ਸਮਿਆਂ ਵਿੱਚ ਉਹ ਡਿਸਕਾਰਡ ਹੋ ਜਾਣੀ ਸੀ, ਉਹਨੂੰ ਕਿਸਾਨੀ ਨੇ ਮੂੰਹ ਨਹੀਂ ਲਾਉਣਾ ਸੀ। ਆਪਾਂ ਮੰਨ ਕੇ ਚੱਲਦੇ ਹਾਂ ਕਿ ਜੇ 80% ਨਹੀਂ ਤਾਂ 70% ਲੋਕ ਪਿੰਡਾਂ 'ਚ ਰਹਿੰਦੇ ਔਰ ਜ਼ਿਆਦਾ ਖੇਤੀ ਕਰਦੇ ਆ, ਕੋਈ ਖੇਤ ਮਜ਼ਦੂਰ ਆ ਅਤੇ ਕੋਈ ਕਿਸਾਨ ਹੈ, ਤੇ ਜਾਂ ਉਹਨਾਂ ਦੇ ਬੱਚੇ ਅੱਗੇ, ਔਰ ਬੇਰੁਜ਼ਗਾਰੀ ਦਾ ਦੌਰ ਵੀ ਹੈ। ਇਸ ਕਰਕੇ ਜਿਹੜੀ ਬਹੁਤ ਗਿਣਤੀ ਪੰਜਾਬ ਦੇ ਵਿੱਚ ਹੈ, ਉਹਨਾਂ ਨੂੰ ਜੇ ਵੋਟ ਬੈਂਕ ਦੇ ਹਿਸਾਬ ਨਾਲ ਵੀ ਦੇਖਿਆ ਜਾਵੇ ਕਿ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਹ ਉਹਨਾਂ ਨੂੰ ਰੋਕ ਨਹੀਂ ਸਕਦੀ ਸੀ, ਨਾ ਹੀ ਰੋਕਿਆ ਜਾ ਸਕਦਾ ਸੀ, ਕਿਉਂਕਿ ਕਿਸਾਨ ਜਿਹੜੇ ਸੀ ਉਹ ਆਪਣੇ ਪੂਰੀ ਜਲਾਅ ਦੇ ਵਿੱਚ ਸੀਗੇ। ਬਲਕਿ ਉਹਨਾਂ ਨੂੰ ਖੁਸ਼ ਕਰਨ ਲਈ ਤਾਂ ਸਰਕਾਰ ਖੁਦ ਉਹਨਾਂ ਵਿੱਚ ਆ ਕੇ ਸ਼ਾਮਲ ਹੋ ਗਈ। ਉਹਨਾਂ ਨੇ ਰਾਹੁਲ ਗਾਂਧੀ ਨੂੰ ਉੱਥੋਂ ਦਿੱਲੀ ਤੋਂ ਬੁਲਾ ਕੇ ਇੱਥੇ ਟਰੈਕਟਰ ਰੈਲੀ ਵਿੱਚ ਸ਼ਾਮਲ ਕੀਤਾ, ਔਰ ਉਹਨਾਂ ਨੇ ਆਪਣੇ ਤੌਰ 'ਤੇ ਇੱਕ ਟਰੈਕਟਰ ਰੈਲੀ ਕਰਕੇ ਵੀ ਕਿਸੇ ਤਰ੍ਹਾਂ ਸਾਨੂੰ ਨੇੜੇ ਆ ਲੈਣ ਦੇਣ ਕਿਸਾਨ। ਇਹ ਵੱਖਰੀ ਗੱਲ ਆ ਵੀ ਕਿਸਾਨਾਂ ਦੇ ਜਿਹੜੇ ਆਗੂ ਸੀ ਉਹ ਇੰਨੇ ਸਿਆਣੇ ਨਿਕਲੇ, ਉਹਨਾਂ ਨੇ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਸੀ, ਖਾਸ ਕਰਕੇ ਕਾਂਗਰਸ ਪਾਰਟੀ ਔਰ ਅਕਾਲੀ ਦਲ ਜਾਂ ਕਹਿ ਲਓ ਆਮ ਆਦਮੀ ਪਾਰਟੀ ਵੀ ਜਾਂ BSP, ਉਹਨਾਂ ਨੂੰ ਪੈਂਦੀ ਸਿੱਟੇ ਕਹਿ ਦਿੱਤਾ ਵੀ ਇਹ ਸਾਡਾ ਅੰਦੋਲਨ ਹੈ, ਤੁਸੀਂ ਆਪਣਾ ਅੰਦੋਲਨ ਵੱਖਰਾ ਕਰ ਲਓ। ਉਹਨਾਂ ਦੇ ਨਾਲ ਲੋਕ ਜਿਹੜੇ ਸੀ ਉਹ ਕੁਦਰਤੀ ਤੌਰ ਦੇ ਉੱਤੇ ਇੰਨੇ ਜ਼ਿਆਦਾ ਜੁੜ ਗਏ ਲੋਕ, ਕਿਉਂਕਿ ਲੋਕਾਂ ਨੂੰ ਨਜ਼ਰ ਆਉਣ ਲੱਗ ਗਿਆ, ਜਦੋਂ ਪ੍ਰਤੱਖ ਪ੍ਰਮਾਣ ਮਿਲਣ ਲੱਗੇ ਲੋਕਾਂ ਨੂੰ ਵੀ ਇਹ ਲੋਕ ਤਾਂ ਰੇਲਵੇ ਟਰੈਕ ਦੇ ਉੱਤੇ ਵੀ ਬੈਠੇ ਆ, ਮੱਛਰ ਲੜਾਇਆ ਇਹਨਾਂ ਨੇ, ਇੰਨੀ ਗਰਮੀ ਮਹਿਸੂਸ ਕੀਤੀ ਜਦੋਂ ਲੋਕ ਮਤਲਬ ਕਿ ਇੰਨਾ ਜ਼ਿਆਦਾ ਉਹ ਟਫ ਦੇ ਡੇਜ਼ ਸੀਗੇ ਉਹਨਾਂ ਦੇ, ਉਹਦੇ ਵਿੱਚੋਂ ਦੀ ਜਦੋਂ ਉਹ ਮੋਰਚੇ ਨੂੰ ਲੈ ਕੇ ਅੱਗੇ ਜਾ ਰਹੇ ਸੀ ਸਰਕਾਰ ਦੀ ਪਰਵਾਹ ਕੀਤੇ ਬਗੈਰ, ਉਹ ਇੱਕੋ ਗੱਲ 'ਤੇ ਅੜੇ ਸਨ ਵੀ ਅਸੀਂ ਇਹ ਜਿਹੜੇ ਕਾਨੂੰਨ ਹੈ ਇਹ ਵਾਪਸ ਕਰਵਾਉਣੇ ਆ। ਤਾਂ ਜਦੋਂ ਸਟੇਟ ਦੇ ਵਿੱਚ ਸਟੇਟ ਗੌਰਮੈਂਟ ਫੇਲ ਹੋ ਗਈ ਤਾਂ ਸਰਕਾਰ ਨੂੰ ਉਸ ਵੇਲੇ ਹੀ ਨਜ਼ਰ ਆ ਗਿਆ ਸੀ ਕਿ ਇਹ ਮੂਵਮੈਂਟ ਵੱਡੀ ਮੂਵਮੈਂਟ ਬਣ ਗਈ ਆ, ਔਰ ਜਦੋਂ ਇਹਨਾਂ ਨੇ ਸ਼ੰਭੂ ਬੈਰੀਅਰ ਦੇ ਉੱਤੇ ਇਕੱਠ ਕੀਤਾ, ਉਹ ਇਹਨਾਂ ਦੀਆਂ ਵੀ ਅਕਸਰ ਏਜੰਸੀਆਂ ਆ, ਇਹਨਾਂ ਨੂੰ ਉਸ ਵੇਲੇ ਵੀ ਪਤਾ ਹੋਣਾ ਚਾਹੀਦਾ ਸੀ ਵੀ ਇਹ ਮੂਵਮੈਂਟ ਜਿਹੜੀ ਅੱਗੇ ਵੱਧ ਰਹੀ ਆ, ਇਹ ਅੰਦੋਲਨ ਬਹੁਤ ਵੱਡਾ ਅੰਦੋਲਨ ਬਣਨ ਜਾ ਰਿਹਾ। ਉਹਨਾਂ ਨੂੰ ਮੇਰਾ ਖਿਆਲ ਹੈ ਪਤਾ ਸੀਗਾ ਵੀ ਇਹ ਅੰਦੋਲਨ ਵਾਕਿਆ ਹੀ ਵੱਡਾ ਅੰਦੋਲਨ ਬਣ ਰਿਹਾ, ਉਹਨਾਂ ਦੇ ਕੰਟਰੋਲ ਤੋਂ ਬਾਹਰ ਹੋਈ ਚਲਾ ਗਿਆ। ਔਰ ਹਾਲਾਂਕਿ ਉਹਨਾਂ ਦੀ ਹਰਿਆਣੇ ਦੇ ਵਿੱਚ ਆਪਣੀ ਗੌਰਮੈਂਟ ਆ, ਔਰ ਗੌਰਮੈਂਟ ਵੀ ਪੱਪਟ ਹੈ, ਜਿਹਦੇ ਕੋਲੋਂ ਉਹ ਜੋ ਮੋਦੀ ਸਾਹਿਬ ਕਹਿਣ ਉਹ ਕਰਨ ਨੂੰ ਤਿਆਰ ਆ, ਜਿਹੜਾ ਉੱਥੋਂ ਦਾ ਮੁੱਖ ਮੰਤਰੀ ਖੱਟੜ ਹੈ, ਔਰ ਉਹ ਆਪਣਾ ਪੂਰਾ ਜ਼ੋਰ ਜਿਹਨੂੰ ਕਹਿੰਦੇ ਉਹ ਲਾਉਣ ਤੋਂ ਬਾਅਦ ਵੀ ਜੇ ਉਹਨਾਂ ਦੇ ਕਾਬੂ 'ਚ ਨਹੀਂ ਰਹੀ। ਉਹਦਾ ਕਾਰਨ ਤਾਂ ਇਹੀ ਆ, ਜਿਵੇਂ ਤੁਸੀਂ ਕਿਹਾ ਵੀ ਇਹ ਕੌਮਾਂਤਰੀ ਮੂਵਮੈਂਟ, ਇਹ ਇੰਟਰਨੈਸ਼ਨਲ ਮੂਵਮੈਂਟ ਇਹ ਕਦੋਂ ਬਣਦੀ ਹੈ? ਕੋਈ ਚੀਜ਼ ਹੈ, ਆਪਾਂ ਗਲੋਬਲ ਵਿਲੇਜ ਹੈ ਹੁਣ ਤਾਂ, ਜਿਹੜਾ ਸਾਰੀ ਦੁਨੀਆ ਗਲੋਬਲ ਵਿਲੇਜ ਹੈ, ਕਿਉਂਕਿ ਜੇ ਮੀਡੀਆ ਉਹਨਾਂ ਨੇ ਸਾਰਾ ਪਰਚੇਜ਼ ਵੀ ਕਰ ਲਿਆ ਸੀ ਸਰਕਾਰਾਂ ਨੇ, ਤਾਂ ਜਿਹੜਾ ਸੋਸ਼ਲ ਮੀਡੀਆ ਸੀ ਉਹਦਾ ਐਡਾ ਵੱਡਾ ਰੋਲ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਕਿ ਸੋਸ਼ਲ ਮੀਡੀਆ ਰਾਹੀਂ ਹੀ ਲੋਕਾਂ ਨੂੰ ਸਾਰਾ ਕੁਝ ਪਤਾ ਲੱਗਿਆ ਵੀ ਇੱਕ ਪਾਸੇ ਤਾਂ ਆਹ ਸਰਕਾਰ ਦਾ ਕੂੜ ਪ੍ਰਚਾਰ ਹੈ, ਔਰ ਇੱਕ ਪਾਸੇ ਸੋਸ਼ਲ ਮੀਡੀਆ ਜਿਹੜਾ ਰੀਅਲ ਪਿਕਚਰ ਪੇਸ਼ ਕਰਦਾ ਸੀ ਟਰੈਕ ਦੇ ਉੱਤੇ ਬੈਠੇ ਕਿਸਾਨਾਂ ਦੀ, ਜਾਂ ਉੱਥੇ ਵਿਛਾੜਾ ਮਾਰਦੀਆਂ ਉਹਨਾਂ ਦੀਆਂ ਮੋਟਰਾਂ ਪਾਣੀ ਵਾਲੀਆਂ, ਜਾਂ ਪੁਲਿਸ ਜਿਹੜਾ ਤਸ਼ੱਦਦ ਰੋਕਾਂ ਟੋਕਾਂ ਕਰਕੇ ਕਿੱਦਾਂ ਕਰੇਨਾਂ ਨਾਲ ਲਿਆ ਕੇ ਪੱਥਰ ਸੁੱਟੇ ਜਾ ਰਹੇ ਸੀ, ਜੋ ਕੁਝ ਵੀ ਕੀਤਾ ਜਾ ਰਿਹਾ, ਉਹ ਸਾਰੇ ਦਾ ਸਾਰਾ ਕੁਝ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਇੱਕ ਕਿਸਮ ਦੀ ਜਿਹੜੀ ਅਵੇਅਰਨੈਸ ਸੀ ਉੱਥੋਂ ਦੀ ਮਿਲ ਰਹੀ ਸੀ। ਔਰ ਅਖਬਾਰਾਂ ਵੀ ਇੱਕ ਤਰ੍ਹਾਂ ਨਾਲ ਖੁੱਲ੍ਹ ਕੇ ਗੱਲਾਂ ਨਹੀਂ ਸੀ ਕਰ ਰਹੀਆਂ, ਮੈਂ ਤਾਂ ਐਂ ਕਹਾਂਗਾ, ਔਰ ਚੈਨਲ ਵੀ ਸਾਰੇ ਦੇ ਸਾਰੇ ਉਹਨਾਂ ਦੀ ਬੋਲੀ ਬੋਲਦੇ ਸੀ। ਈਵਨ ਜਿਹੜੇ ਸਾਡੇ ਇਸ ਰੀਜ਼ਨ ਦੇ ਚੈਨਲ ਆ, ਮੈਂ
ਕਈਆਂ ਉੱਥੋਂ ਦੇ ਡਾਇਰੈਕਟਰ ਨਾਲ ਵੀ ਗੱਲ ਕੀਤੀ ਵੀ ਕੀ ਕਿਸਾਨਾਂ ਲਈ 5 ਮਿੰਟ ਵੀ ਹੈ ਨਹੀਂ ਉਹਨਾਂ ਉੱਤੇ ਕੈਮਰਾ ਮਾਰਨ ਲਈ ਜਾਂ ਉਹਨਾਂ ਲਈ ਖਬਰ ਦੇਣ ਲਈ, ਲੇਕਿਨ ਉਹ ਸਾਰੇ ਬੇਵੱਸ ਸੀ। ਸੋ ਜਿਹੜਾ ਇਹ ਮੂਵਮੈਂਟ ਜੇ ਰਛਪਾਲ ਸਿੰਘ ਜੀ ਇੰਟਰਨੈਸ਼ਨਲ ਮੂਵਮੈਂਟ ਨਾ ਬਣਦੀ ਤਾਂ ਇਹਨਾਂ ਨੇ ਇਹ ਮੂਵਮੈਂਟ ਸੱਚੀ ਮੁੱਚੀ ਕ੍ਰਸ਼ ਕਰ ਦੇਣੀ ਸੀ, ਜਿਵੇਂ ਪਹਿਲਾਂ ਮੂਵਮੈਂਟਾਂ ਕ੍ਰਸ਼ ਹੁੰਦੀਆਂ ਰਹੀਆਂ। ਟੇਰਕਾਨਾ ਜੀ, ਤੁਸੀਂ ਇੱਕ ਗੱਲ ਕੀਤੀ ਵੀ ਇਹ ਪੱਪਟ ਗਵਰਨਮੈਂਟ ਹੈ ਜੀ, ਤੇ ਸਾਡਾ ਜਿਹੜਾ ਮੀਡੀਆ ਹੈ, ਮੀਡੀਆ ਵੀ ਵਿਕਾਊ ਹੈ ਤੇ ਮੀਡੀਆ ਤੇ ਚੈਨਲ ਵੀ ਜਿਹੜੇ ਸਨ ਉਹ ਅਸਲੀਅਤ ਨੂੰ ਛੁਪਾ ਰਹੇ ਸਨ। ਜੀ। ਤੇ ਇਹਦਾ ਕੀ ਕਾਰਨ ਹੈ? ਮਾਹਰ ਤੇ ਇਹ ਵੀ ਕਹਿੰਦੇ ਆ ਕਿ ਜੇ ਅੱਜ ਇਹ ਬੀਜੇਪੀ ਦੀ ਸਰਕਾਰ ਨਾ ਹੁੰਦੀ, ਭਾਵੇਂ ਕਾਂਗਰਸ ਦੀ ਸਰਕਾਰ ਵੀ ਹੁੰਦੀ, ਤੇ ਇਹ ਕੁਝ ਹੋਣਾ ਹੀ ਸੀ। ਇਹ ਇੱਕ ਕੌਮਾਂਤਰੀ ਪ੍ਰਭਾਵ ਹੈ, ਇਹ ਉੱਪਰੋਂ ਕਿਤਿਓਂ ਸਾਰੀ ਜਿਹੜੀ ਹੈਗੀ ਆ ਡੋਰ ਖਿੱਚੀ ਜਾ ਰਹੀ ਆ ਕਿ ਭਾਰਤ ਜਿਹੜਾ ਇਹਨਾਂ ਕਾਨੂੰਨਾਂ ਨੂੰ ਲਾਗੂ ਕਰੇ ਤੇ ਇਸ MSP ਨੂੰ ਖਤਮ ਕਰੇ ਤੇ ਇਸ ਖੇਤਰ ਵਿੱਚ ਅੱਗੇ ਵਧੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਵੈਸੇ ਤਾਂ 1992 ਤੋਂ ਬਲਕਿ ਉਸ ਤੋਂ ਪਹਿਲਾਂ ਵੀ ਇੰਟਰਨੈਸ਼ਨਲ ਜਿਹੜੀਆਂ ਪਾਲਿਸੀਜ਼ ਆ, ਇੰਟਰਨੈਸ਼ਨਲ ਜਿਹੜੇ ਮਸਲੇ ਆ, ਉਹਨਾਂ ਦੇ ਵਿੱਚ ਅਸੀਂ ਅਖਬਾਰਾਂ ਵਿੱਚ ਉੱਡਦੀਆਂ ਖਬਰਾਂ ਪੜ੍ਹਦੇ ਸੀ। ਉਦੋਂ ਵੀ ਮੀਡੀਆ 'ਚ ਇਹ ਖਬਰਾਂ ਆਉਂਦੀਆਂ ਨਹੀਂ ਸੀ ਜਾਂ ਕਲੈਰਿਟੀ ਨਹੀਂ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸੰਸਾਰ ਪੱਧਰ ਦੇ ਉੱਤੇ ਜਿਵੇਂ ਵਿਸ਼ਵ ਟ੍ਰੇਡ ਸੈਂਟਰ ਹੈ ਉਹਨਾਂ ਦਾ, ਜਿਹਨੂੰ ਆਪਾਂ WTO ਕਹਿੰਦੇ ਆ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਵਗੈਰਾ, ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਕੋਈ ਇਲੂਮਨਾਈਟੀ ਨਾਂ ਦੀ ਇੱਕ ਸੰਸਥਾ ਵੀ ਹੈ ਜਿਹੜੀ ਬਹੁਤ ਕੁਛ ਨੂੰ ਗਵਰਨ ਕਰਦੀ ਆ ਔਰ ਸਦੀਆਂ ਤੋਂ ਕਰ ਰਹੀ ਆ। ਈਵਨ ਵਰਲਡ ਵਾਰ ਕਦੋਂ ਲਾਉਣੀ, ਕਦੋਂ ਸੀਜ਼ ਫਾਇਰ ਕਰਨਾ, ਕਿਹੜੇ ਮੁਲਕ ਦੇ ਵਿੱਚ ਰਾਜ ਪਲਟਾ ਕਰਨਾ, ਉਹਨਾਂ ਦੀਆਂ ਜਿਹੜੀਆਂ ਸੰਸਾਰ ਪੱਧਰ ਦੀਆਂ ਏਜੰਸੀਆਂ ਆ, ਜਿੱਦਾਂ ਅਮਰੀਕਾ ਦੀ CIA ਆ ਜਾਂ KGB ਰਸ਼ੀਆ ਦੀ ਏਜੰਸੀ ਆ, ਉਹਨਾਂ ਦਾ ਆਪਾਂ ਸੁਣਦੇ ਰਹੇ ਹਾਂ। ਇਸ ਤਰ੍ਹਾਂ ਹਰ ਮੁਲਕ ਦੀਆਂ ਏਜੰਸੀਆਂ ਔਰ ਅੰਦਰ ਖਾਤੇ ਜੋ ਵੀ ਦੇਸ਼ਾਂ ਦੇ ਆਪਸੀ ਵਪਾਰ, ਆਪਸੀ ਪਾਲਿਸੀਆਂ, ਆਪਸ ਵਿੱਚ ਜਿਹੜਾ ਇਹਨਾਂ ਦੀਆਂ ਹੁੰਦੀਆਂ, ਉਹਦੇ ਵਿੱਚੋਂ ਦੀ ਤੇ ਗੱਲ ਨਜ਼ਰ ਆ ਰਹੀ ਸੀ ਵੀ ਸੰਸਾਰ ਪੱਧਰ 'ਤੇ ਸਰਮਾਏਦਾਰੀ ਹੈ ਜਿਹੜੀ ਉਹ ਸਟਰੋਂਗ, ਆਪਣੀ ਸਟਰੈਂਥ ਕਾਇਮ ਕਰਕੇ ਉਹ ਪੂਰੇ ਦੇ ਪਾਰਾ ਉਹਦੇ ਉੱਤੇ ਗਲਬਾ ਪਾਉਣਾ ਚਾਹੁੰਦੀਆਂ, ਜਿਹਦੇ ਵਿੱਚ ਇਹਨਾਂ ਨੇ ਕਈ ਸੰਧੀਆਂ ਇੰਟਰਨੈਸ਼ਨਲ ਲਾਅ ਦੇ ਵਿੱਚ ਇਹਨਾਂ ਨੇ ਸਮਝੌਤੇ ਕੀਤੇ। ਜਿਹੜੀਆਂ ਵੀ ਸਰਕਾਰਾਂ, ਪਹਿਲੀਆਂ ਸਰਕਾਰਾਂ ਵੀ ਸੀ, ਚਾਹੇ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ, ਕਿ ਉਹਨਾਂ ਦੀਆਂ ਤਜਵੀਜ਼ਾਂ ਜਿਹੜੀਆਂ ਸੀ ਉਹਨਾਂ ਨਾਲ ਇਹ ਸਹਿਮਤੀ ਪ੍ਰਗਟਾਉਂਦੇ ਸੀ ਔਰ ਉਹਦੇ ਬਾਰੇ ਆਮ ਲੋਕਾਂ ਨੂੰ ਨਹੀਂ ਪਤਾ ਲੱਗਦਾ ਸੀ। ਹੁਣ ਵੀ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਕੋਈ ਇੰਟਰਨੈਸ਼ਨਲ ਏਜੰਸੀਆਂ, ਇੰਟਰਨੈਸ਼ਨਲ ਜਿਹੜਾ ਸਰਕਾਰਾਂ ਦੀਆਂ ਆਪਸੀ ਸੰਧੀਆਂ ਹੈ, ਉਹਦੇ ਵਿੱਚ ਇਹ ਤੈਅਸ਼ੁਦਾ ਪ੍ਰੋਗਰਾਮ ਹੋਣ ਜਿਹਦੇ ਬਾਰੇ ਲੋਕਾਂ ਨੂੰ ਨਹੀਂ ਦੱਸਿਆ ਗਿਆ, ਲੋਕਾਂ ਕੋਲੋਂ ਲੁਕੋ ਰੱਖਿਆ ਗਿਆ। ਲੋਕਾਂ ਨੂੰ ਤਾਂ ਪਤਾ ਉਦੋਂ ਲੱਗਿਆ ਜਦੋਂ ਇਹਨਾਂ ਨੂੰ ਕੰਪੈਲ ਕੀਤਾ ਗਿਆ ਵੀ ਤੁਸੀਂ ਵੀ ਕਾਨੂੰਨ ਬਣਾਓ, ਤਾਂ ਇਹਨਾਂ ਨੇ ਉਹ ਕਾਨੂੰਨ ਬਣਾਏ ਔਰ ਬਣਾਏ ਵੀ ਇਸ ਢੰਗ ਨਾਲ ਕਿ ਇੰਨੀ ਚੁਸਤੀ ਤੇ ਚਲਾਕੀ ਨਾਲ। ਉਸ ਦੌਰ ਵਿੱਚ ਜਦੋਂ ਕੋਈ ਆਪਣੇ ਗੇਟ ਤੋਂ ਬਾਹਰ ਨਹੀਂ ਨਿਕਲਦਾ ਸੀ ਵੀ ਹੁਣ ਕਿਹੜਾ ਲੋਕ ਇਕੱਠੇ ਹੋਣਗੇ। ਹੁਣ ਤਾਂ ਰੇਲਾਂ ਵੀ ਨਹੀਂ ਚੱਲਦੀਆਂ, ਦਿੱਲੀ ਵੱਲ ਨੂੰ ਨਹੀਂ ਆਊਗਾ ਕੋਈ, ਬੱਸਾਂ ਵੀ ਨਹੀਂ ਚੱਲਦੀਆਂ ਜਿਹਦੇ 'ਚ ਇਕੱਠੇ ਹੋਣਗੇ। ਚੈਨਲ ਵੀ ਸਾਰੇ ਉਹਨਾਂ ਨੇ ਆਪਣੇ ਕਬਜ਼ੇ 'ਚ ਕੀਤੇ ਹੋਏ ਸੀ। ਉਹਨਾਂ ਨੇ ਇਸ ਢੰਗ ਨਾਲ ਜਦੋਂ ਕਾਨੂੰਨ ਪਾਸ ਕਰ ਲਿਆ, ਪਰ ਜਿਹੜੇ ਸਿਆਣੇ ਬੰਦੇ ਹੁੰਦੇ ਆ, ਬਲਵੀਰ ਸਿੰਘ ਰਾਜੇਵਾਲ ਵਰਗੇ ਬੰਦੇ ਜਿਹੜੇ ਇਹਨਾਂ ਗੱਲਾਂ ਨੂੰ ਅੰਡਰਸਟੈਂਡ ਕਰਦੇ ਸੀ ਕਿ ਆਪਾਂ ਬਰਬਾਦ ਹੋ ਜਾਵਾਂਗੇ, ਆਪਾਂ ਡੁੱਬ ਜਾਵਾਂਗੇ, ਆਪਾਂ ਰੁੜ ਜਾਵਾਂਗੇ, ਉਹਨਾਂ ਨੇ ਇਸ ਗੱਲ ਦੀ ਅਵੇਅਰਨੈਸ ਹੌਲੀ ਹੌਲੀ ਲੋਕਾਂ 'ਚ ਜਨਰੇਟ, ਉਹਨਾਂ ਨੇ ਸਰਕਾਰਾਂ ਨੂੰ ਬੇਨਤੀਆਂ ਵੀ ਕੀਤੀਆਂ, ਇੱਥੋਂ ਦੀ ਸਟੇਟ ਗੌਰਮੈਂਟ ਨੂੰ ਵੀ ਉਹ ਬੜੇ ਖਤਰਨਾਕ ਕਾਨੂੰਨ ਆ, ਤੁਸੀਂ ਉਹਨਾਂ ਬਾਰੇ ਸੋਚੋ, ਲੇਕਿਨ ਕਿਸੇ ਨੇ ਪਰਵਾਹ ਨਹੀਂ ਕੀਤੀ। ਉਹ ਪਤਾ ਉਦੋਂ ਲੱਗਿਆ ਜਦੋਂ ਹੌਲੀ ਹੌਲੀ ਲੋਕਾਂ ਨੂੰ ਸਮਝ ਆਉਣ ਲੱਗੀ ਵੀ ਇਹ ਤਾਂ ਖਤਰਨਾਕ ਖੇਡ ਹੈ ਜਿਹੜੀ ਖੇਡ ਗਏ ਸਾਡੇ ਨਾਲ, ਖੇਡ ਚੁੱਕਿਆ। ਫਿਰ ਲੋਕਾਂ ਨੇ ਇਹ ਜਿਹੜੇ ਕਾਨੂੰਨ ਵਾਪਸ ਕਰਵਾਉਣ ਦੀ ਜਦੋਂ ਗੱਲ ਕੀਤੀ ਤੇ ਸਾਡੀ ਸਮਝ 'ਚ ਵੀ ਗੱਲ ਵੀ ਕੀ ਕਾਰਨ ਹੈ ਵੀ 10 ਮੀਟਿੰਗਾਂ ਹੋ ਗਈਆਂ ਐਡੀ ਵੱਡੀ ਸਰਕਾਰ ਨਾਲ ਔਰ ਐਡੀ ਵੱਡੀ ਜਥੇਬੰਦੀ ਜਿਹੜੀ ਕਿਸਾਨਾਂ ਦੀ, ਜਿਹਦੇ ਵਿੱਚ ਇੰਨੀਆਂ ਸਟੇਟਾਂ ਦੇ ਜਿਹੜੇ ਕਿਸਾਨ ਵੀ ਸ਼ਾਮਲ ਹੋ ਗਏ। ਉੱਥੋਂ ਐਂ ਲੱਗਦਾ ਵੀ ਜਿਹੜਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਹੋ ਸਕਦਾ ਸਾਡੀ ਸਰਕਾਰ ਹੈ ਜਿਹੜੀ ਮੋਦੀ ਸਰਕਾਰ ਹੈ, ਉਹਦੇ ਉੱਤੇ ਵੀ ਇਹ ਦਬਾਅ ਹੋਵੇ ਕਿ ਨਹੀਂ ਤੁਸੀਂ ਇਹ ਕਾਨੂੰਨ ਲਾਗੂ ਕਰਨੇ ਆ, ਜਿਹਦੇ ਕਰਕੇ ਮੋਦੀ ਹੋਰੀ ਇਸ ਗੱਲ ਤੋਂ ਨਾ ਡਰਦੇ ਹੋਣ ਕਿ ਸਾਡੇ ਨਾਲ ਇੰਟਰਨੈਸ਼ਨਲ ਫੋਰਸਿਸ ਖੜੀਆਂ ਆ। ਪਰ ਦੂਜੇ ਪਾਸੇ ਉਸੇ ਇੰਟਰਨੈਸ਼ਨਲ ਫੀਲਡ ਦੇ ਵਿੱਚ ਉਹ ਇਹ ਗੱਲ ਭੁੱਲ ਜਾਂਦੇ ਆ ਵੀ ਉਸੇ ਭਾਰਤ ਦੇ ਵਿੱਚ ਜਿੱਥੇ ਇੰਨੀ 130 ਕਰੋੜ ਬੱਸੋਂ ਆ, ਉੱਥੋਂ ਦੀ ਬੇਰੁਜ਼ਗਾਰੀ ਜਾਂ ਪੜ੍ਹਾਈ ਦੇ ਮਾਮਲੇ ਵਿੱਚ ਜਿੰਨੇ ਵੀ ਆਪਣੇ ਬੱਚੇ ਬਾਹਰ ਗਏ ਆ, ਜਿਹੜੇ ਕਿਸਾਨੀ ਨਾਲ ਜੁੜੇ ਰਿਲੇਟਿਵਸ ਆ, ਉਹਨਾਂ ਨੇ ਜਦੋਂ ਉੱਥੇ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ ਤਾਂ ਫਿਰ ਜਿਹੜੀਆਂ ਉੱਥੋਂ ਦੀਆਂ ਸਰਕਾਰਾਂ ਆ ਉਹਨਾਂ ਨੂੰ ਵੀ ਇਸ ਗੱਲ 'ਤੇ ਵੀ ਇਹ ਤਾਂ ਸੰਸਾਰ ਵਿਆਪੀ ਅੰਦੋਲਨ ਸ਼ੁਰੂ ਹੋ ਗਿਆ। ਠੀਕ ਹੈ ਜੀ, ਸਾਡੇ ਨਾਲ ਸਰਦਾਰ ਰਘਵੀਰ ਸਿੰਘ ਜੀ ਟੇਰਕਿਆਂ ਨਾਲ ਗੱਲ ਕਰ ਰਹੇ ਹਨ। ਗਲੋਬਲ ਪ੍ਰਭਾਵ ਨੂੰ ਕਬੂਲ ਕਰ ਰਹੀ ਸੀ ਭਾਰਤ ਸਰਕਾਰ, ਪਰ ਜਿਹੜਾ ਲੋਕਲ ਪ੍ਰਭਾਵ ਹੈ ਉਹ ਸਰਕਾਰ ਨੂੰ ਮਜਬੂਰ ਕਰ ਸਕਦਾ ਹੈ ਕਿ ਉਸ ਨੂੰ ਇਹ ਆਪਣੇ ਜਿਹੜੇ ਬਿੱਲ ਨੇ ਸਸਪੈਂਡ ਕਰਨੇ ਪੈ ਸਕਦੇ ਨੇ, ਰੱਦ ਕਰਨੇ ਪੈ ਸਕਦੇ ਨੇ, ਅਤੇ ਜਿਹੜੀ ਲੋਕਲ ਕਮਿਊਨਿਟੀ ਹੈ, ਜਿਹੜੀ ਲੋਕ ਅੰਦੋਲਨ 'ਚ ਵਿੱਚ ਜੁੜੀ ਹੋਈ ਲੋਕ ਜਨਤਾ ਹੈ, ਉਹਨਾਂ ਦੀ ਗੱਲ ਵੱਲ ਉਹਨਾਂ ਨੂੰ ਧਿਆਨ ਦੇਣਾ ਪਏਗਾ। ਤਦ ਹੀ ਦੇਸ਼ ਦੇ ਅੰਦਰ ਜਿਹੜੀ ਖੁਸ਼ਹਾਲੀ ਹੈ
ਉਹ ਜਿਹੜੀ ਆ ਸਕਦੀ ਹੈ, ਨਹੀਂ ਤਾਂ ਦੇਸ਼ ਦੇ ਅੰਦਰ ਅਸ਼ਾਂਤੀ ਰਹੇਗੀ, ਦੇਸ਼ ਖੁਸ਼ਹਾਲ ਨਹੀਂ ਹੋ ਸਕਦਾ। ਸੋ ਤੁਹਾਡੇ ਨਾਲ ਅਸੀਂ ਇਹ ਖੇਤੀਬਾੜੀ ਦੇ ਸੰਬੰਧ ਵਿੱਚ ਚੱਲ ਰਹੇ ਅੰਦੋਲਨ ਦੀ ਗੱਲ ਕੀਤੀ ਹੈ। ਪੁਕਾਰ ਟੀਵੀ ਦੇ ਦਰਸ਼ਕੋ, ਤੁਹਾਡਾ ਧੰਨਵਾਦ। ਰਿਸ਼ਪਾਲ ਸਿੰਘ, ਪੁਕਾਰ ਟੀਵੀ ਲਈ।